एक एक टेबल ते एक एक मशीन 14 टेबल ते एक 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 रख देंगे 14 मशीन्स हो जाएगा। ਉਹਦੇ ਵਿੱਚ ਡੇਟਾ ਐਂਟਰੀ ਕਰਨਾ ਪੈਂਦਾ ਹੈ 14 ਟੇਬਲਸ ਇਸ 14 ਟੇਬਲਸ ਦਾ ਇਹ ਡੇਟਾ ਇਹ ਹੈ ਪਹਿਲੇ ਰਾਉਂਡ ਦਾ ਨਾਲ ਹੀ ਅਪਡੇਟ ਪਹਿਲਾ ਰਾਉਂਡ ਹੋ ਗਿਆ, ਉਹ ਕੈਂਡੀਡੇਟਸ ਨੂੰ ਚੈੱਕ ਕਰਵਾਤਾ, ਸਾਰਿਆਂ ਦਾ ਮਤਲਬ ਕ੍ਰਾਸ ਵੈਰੀਫਾਈ ਕ੍ਰਾਸ ਚੈੱਕ ਹੋ ਗਿਆ। ਫਿਰ ਉਸ ਤੋਂ ਬਾਅਦ ਵੀ ਕੈਂਡੀਡੇਟ ਬਹੁਤ ਸਾਰੇ ਕਹਿ ਦਿੰਦੇ ਆ ਕਿ ਸਾਡੇ ਤਾਂ ਜੀ ਗਿਣਤੀ ਦੇ ਵਿੱਚ ਗੜਬੜ ਹੋ ਗਈ। ऐसे स्थिति बहुत कट आई है, ऐसे कोई स्थिति बनी नहीं, पिछली बार भी ऐसे कोई रिकाउंटिंग करना ही बने है। और इलेक्शन कमीशन ऑफ इंडिया ने साढ़े काउंटिंग स्टाफ ने 4 गेड़े की ट्रेनिंग दे चुके हैं। RO साहिबान की ट्रेनिंग हो गया, उनका जेडे भी टीम्स है 7,900 से ज़्यादा काउंटिंग कर्मी इसमें लगे हुए हैं, सभी बड़े बड़े अफसर साहिबान हैं। काउंटिंग है 8 बजे से शुरू है सवेरे, सब तो पहला काउंटिंग होगा पोस्टल बैलेट की। ਥਾਵਾਂ ਤੇ ਇਸ ਤਰ੍ਹਾਂ ਵੀ ਹੋਇਆ ਸੀ ਕਿ ਇੱਕ ਜਿਹੜਾ ਸਟਰੋਂਗ ਰੂਮ ਸੀ ਉੱਥੇ ਹਮਲਾ ਵੀ ਹੋਇਆ ਸੀ। ਇਹੋ ਜਿਹਾ ਕੋਈ ਜਗ੍ਹਾ ਨਹੀਂ ਹੈ ਜਿੱਥੇ ਸਟਰੋਂਗ ਰੂਮ ਤੇ ਉੱਤੇ ਹਮਲਾ ਹੋਇਆ ਹੈ, ਐਸਾ ਕਦੀ ਨਹੀਂ ਹੋਇਆ ਹੈ, ਨਾ ਹੋਣ ਦੀ ਸੰਭਾਵਨਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਕੱਲ 10 ਮਾਰਚ ਹੈ ਔਰ ਤੁਹਾਨੂੰ ਇਸ ਚੀਜ਼ ਦਾ ਇੰਤਜ਼ਾਰ ਹੈ ਕਿ ਕਦੋਂ ਇਹ ਗਿਣਤੀ ਹੋਏਗੀ ਤੇ ਸਰਕਾਰ ਕਿਹਦੀ ਬਣੇਗੀ, ਜਾਣੀ ਤੁਹਾਡਾ ਆਪਣਾ ਕੈਂਡੀਡੇਟ ਉਹ ਜਿੱਤ ਰਿਹਾ ਜਾਂ ਹਾਰ ਰਿਹਾ। ਪਰ ਇਸ ਸਭ ਦੇ ਵਿਚਾਲੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਜਿਹੜੀ ਇਹ ਗਿਣਤੀ ਹੋਣੀ ਹੈ, ਜਿਹੜਾ ਚੋਣ ਕਮਿਸ਼ਨ ਹੈ ਉਹ ਇਸ ਨੂੰ ਨੇਪਰੇ ਕਿਵੇਂ ਚਾੜਦਾ ਹੈ, ਕੀ ਉਹਦੀ ਪ੍ਰਕਿਰਿਆ ਹੁੰਦੀ ਹੈ, ਇਹ ਵੀ ਸਮਝਾਂਗੇ। ਔਰ ਕੱਲ੍ਹ ਦੇ ਇਸ ਗਿਣਤੀ ਦੇ ਲਈ ਪ੍ਰਬੰਧ ਕੀ ਨੇ ਵੱਖ-ਵੱਖ ਥਾਵਾਂ ਤੇ, ਜਿੱਥੇ ਜਿੱਥੇ ਤੁਹਾਡੇ ਕੈਂਡੀਡੇਟ ਵੀ ਹੋਣਗੇ, ਤੁਹਾਡੇ ਚੁਣੇ ਜਾਣ ਵਾਲੇ ਮੁੱਖ ਮੰਤਰੀ ਸਾਹਿਬ ਵੀ ਬੈਠੇ ਹੋਣਗੇ, ਕੀ ਪ੍ਰਕਿਰਿਆ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੁੱਖ ਚੋਣ ਅਫਸਰ ਡਾਕਟਰ S ਕਰੁਣਾ ਰਾਜੂ ਜੀ ਹੈ। ਸਰ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਸਾਹਿਬ। ਅਨਮਿਊਟ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਤਾਂ ਕਿਉਂਕਿ ਸਾਡੇ ਦੇਖਣ ਵਾਲਿਆਂ ਨੂੰ ਇਹ ਤਾਂ ਪਤਾ ਹੁੰਦਾ ਕਿ ਗਿਣਤੀ ਹੋ ਰਹੀ ਹੈ ਜੀ, TV ਤੇ ਦੇਖ ਰਹੇ ਨੇ ਕਿ ਪਹਿਲਾ ਰਾਊਂਡ ਹੋ ਗਿਆ, ਦੂਜਾ ਹੋ ਗਿਆ, ਤੀਜੇ ਰਾਊਂਡ ਦੇ ਵਿੱਚ ਅਸੀਂ ਜਿੱਤ ਗਏ ਜਾਂ ਹਾਰ ਗਏ, ਪਰ ਇਹ ਰਾਊਂਡ ਚੱਲਦੇ ਕਿਵੇਂ ਆ, ਇਹਨਾਂ ਦੀ ਪ੍ਰਕਿਰਿਆ ਕੀ ਹੁੰਦੀ ਆ, ਇਹ ਜ਼ਰੂਰ ਸਮਝਾਇਓ। ਕਿਉਂਕਿ ਇੱਕ ਅਸੈਂਬਲੀ ਕਨਸਟੀਟੈਂਸੀ ਦੇ ਵਿੱਚ ਬੂਥਾਂ ਦੀ ਗਿਣਤੀ ਹੁੰਦਾ ਹੈ, ਹੋ ਸਕਦਾ ਹੈ 190 ਜਾਂ 230 236 ਜਿਹੜੇ ਵੀ ਉਹਨਾਂ ਦਾ ਗਿਣਤੀ ਹੈ, ਉਸ ਦੇ ਮੁਤਾਬਿਕ ਫਿਰ ਇੱਕ ਹਰ ਇੱਕ EVM ਨੂੰ ਇੱਕ ਟੇਬਲ ਦੀ ਵਿਵਸਥਾ ਕੀਤੀ ਗਈ। ਇੱਕ ਗੇੜਾ ਦੇ ਵਿੱਚ ਅਸੀਂ 14 ਟੇਬਲਸ लगाया, 14 ਟੇਬਲਸ ਨੇ ਇੱਕ ਰਾਊਂਡ माना गया है। या कई बार एक दो कंस्टिट्यूंसी ਦੇ ਵਿੱਚ उससे कट भी है, 13 भी है, 10 भी है, लेकिन एवरेज में 14 टेबल्स है। 14 टेबल्स ਦੀ EVM गिनती कर लिए तो एक राउंड माना जाएगा। ਇਹ 14 ਟੇਬਲਸ ਤੇ 14 ਮਸ਼ੀਨਸ ਹੋਏਗੀ ਜਾਂ ਇੱਕ ਮਸ਼ੀਨ? 14 ਮਸ਼ੀਨ ਉਹਨੂੰ ਪਹਿਲਾ ਰਾਊਂਡ 14 मशीन, एक टेबल पे एक मशीन, 14 टेबल पे एक रख देंगे, 14 मशीन्स हो जाएगा। सो अगर मान लीजिए 200 बूथ है एक असेंबली से, 200 डिवाइडेड बाय 14 टेबल्स, सो जितना भी गेड़ा बनता है राउंड, इसको राउंड बोलते हैं, इन राउंड कहते हैं। और एक राउंड ਦੇ ਵਿੱਚ ਬਹੁਤ ਹੀ ਰੋਚਕ ਚੀਜ਼, ਇੰਟਰਸਟਿੰਗ ਚੀਜ਼ ਇਹ ਹੈ, EVM ਜਿਵੇਂ ਉਹਨਾਂ ਦਾ ਰਿਜ਼ਲਟ ਬਟਨ ਵਗੈਰਾ ਦਬਾਉਂਦੇ ਹੈ, ਉਸ ਤੋਂ ਬਾਅਦ ਕੈਂਡੀਡੇਟ ਵਾਈਜ਼ ਜਿਹੜੇ ਵੀ ਰਿਜ਼ਲਟ ਆਉਂਦੀ ਹੈ ਉਸ ਨੂੰ ਫਿਰ ਕੈਂਡੀਡੇਟ ਆਪਣਾ ਏਜੰਟ ਦੀ ਜ਼ਿੰਮੇਵਾਰੀ ਹੁੰਦਾ ਹੈ, ਉਸ ਨੂੰ ਦੇਖੇ ਪ੍ਰੋਪਰਲੀ ਟੈਬੂਲੇਸ਼ਨ करे, और उस टैबुलेशन एक टेबल ਦਾ ਟੇਬਲ एंट्री करके टोटल 14 टेबल्स ਦਾ एंट्री RO ਸਾਹਿਬਾਨ फिर कैंडिडेट्स ਨੂੰ दिखाते हैं। ਜਿਹੜੇ ਕੈਂਡੀਡੇਟ ਬੈਠੇ ਉਹਨਾਂ ਨਾਲ ਹੀ ਵੈਰੀਫਾਈ ਹੋ ਜਾਂਦਾ ਪਹਿਲਾ ਰਾउंड, बताना है, देखना ही है। और उसके बाद इलेक्शन कमीशन ऑफ इंडिया की जनरल ऑब्जर्वर है, वो ਉਹਨਾਂ ਦਾ निगरानी हेठ होना है। ये जनरल ऑब्जर्वर ये है इलेक्शन कमीशन ऑफ इंडिया की आइस एंड ईयर्स है। कमीशन दिल्ली में है लेकिन उनका सीधा नुमाइंदा काउंटिंग हाल पे हैं, वो जनरल ऑब्जर्वर। नॉर्मली दीज आर वेरी सीनियर IAS अफसर्स हैं, दूजे स्टेटों आए हुए हैं। साडा स्टेट ਦੇ ਵਿੱਚ 117 ਲੋਕ ਆ ਚੁੱਕੇ ਨੇ, ਦਿੱਲੀ ਇਲੈਕਸ਼ਨ ਕਮਿਸ਼ਨ ਤੋਂ ਉੱਥੇ हाँ आ गया है, ऑलरेडी आ चुके ने, कंस्टिट्यूंसी ਦੇ ਵਿੱਚ अभी बैठ गए ने, देख रहे काउंटिंग सेंटर्स ਦਾ पूरा दौरा करके देख रहे। क्योंकि ये फस्ट एक गेड़ा ਦੀ ਇਸ਼ੂ ਹੁੰਦਾ ਹੈ। और ਉਸ ਤੋਂ ਬਾਅਦ ਟੇਬੂਲੇਸ਼ਨ ਹੋਣ ਤੋਂ ਬਾਅਦ ਡੇਟਾ ਫਿਰ ਮੀਡੀਆ ਦੀ ਰਾਹੀਂ ਲੋਕਾਂ ਨੂੰ ਪਹੁੰਚਣਾ ਹੈ। ਅੱਜ ਦੀ ਮਿਤੀ ਤੇ ਇਟ ਇਜ਼ ਡਿਜੀਟਲ ਜ਼ਮਾਨਾ ਹੈ, ਇਸ ਕਰਕੇ ਇੱਕ ਐਨਕੋਰ ਐਪਲੀਕੇਸ਼ਨ ਹੈ, ਉਹਦੇ ਵਿੱਚ ਡੇਟਾ ਐਂਟਰੀ ਕਰਨਾ ਪੈਂਦਾ ਹੈ। 14 ਟੇਬਲਸ, ਇਸ 14 ਟੇਬਲਸ ਦਾ ਇਹ ਡੇਟਾ ਇਹ ਹੈ, ਪਹਿਲੇ ਰਾਉਂਡ ਦਾ ਨਾਲ ਹੀ ਅਪਡੇਟ। ਇਹ ਅਪਡੇਟ ਜਿਵੇਂ ਉੱਤੇ ਐਂਟਰੀ ਹੋ ਗਿਆ ਫਿਰ ਪੂਰਾ ਦੁਨੀਆ ਨੂੰ ਪਤਾ ਚੱਲ ਜਾਂਦਾ, ਸਾਡੇ ਕੋਲ ਨਾਲ ਹੀ ਪਹੁੰਚ ਸਾਰੀਆਂ ਨੂੰ। ਤੁਸੀਂ ਘਰ 'ਚ ਬਹਿ ਕੇ ਦੇਖ ਸਕਦੇ ਹੋ, ਇਹ ਆਪਣਾ ਐਪ ਹੈ ਵੋਟਰ ਹੈਲਪਲਾਈਨ ਐਪ, ਉੱਥੇ ਔਰ ਮੇਰਾ ਕੋਲ ਸੇਮ ਟਾਈਮ में ਇਨਫੋਰਮੇਸ਼ਨ ਆਉਂਦੀ ਹੈ। मतलब कोई साढ़े घर दे बैठे व्यक्ति CEO ਦੇ ਵਿਚਕਾਰ ਕੋਈ डिफरेंस नहीं है।
ਹਾਂ ਸਿਰਫ ਇੰਨਾ ਹੀ ਹੈ ਉਹਨਾਂ ਦੇ ਵੱਲੋਂ ਇੱਕ ਇੱਕ ਕੰਸਟੀਟੈਂਸੀ ਦੇਖਦੇ हैं ਅਸੀਂ ਪੂਰਾ ਸਟੇਟ ਦੀ ਦੇਖ ਸਕਦੇ हैं। ये हो गया डेटा एंट्री। और तीसरा हो गया सिक्योरिटी। सिक्योरिटी दी मसला इतना ज़्यादा इम्पॉर्टेंट है क्योंकि कोविड भी है और ज़्यादा लोगों की जमावड़ा नहीं होना चाहिए, इकट्ठा नहीं होना चाहिए, ताकि बहुत पीसफुल त्यौहार ढंग नाल काउंटिंग होना है। इस करके डीसी साहिबान वालों जिथे काउंटिंग हो रहा है उस आस पास एरिया दे विच 144 144 सैक्शन ऑलरेडी लागू कर दी गए हैं और एक एग्जीक्यूटिव मैजिस्ट्रेट दा तैनात हो गया है। उत्थे जिमें एंट्री हुंदा है कैंडिडेट्स दा काउंटिंग स्टाफ, सबसे पहला जो लेयर हुंदा है वो पैदल वाली लेयर, इसको बोलते हैं पेडेस्ट्रियन लेयर। सो उत्थे पेडेस्ट्रियन जो नहीं है पूरा, उत्थे सिर्फ पैदल ही रहेगा बंदा, कोई गड्डी वगैरह नहीं होता। मीन्स कोई भी कैंडिडेट, कोई भी एजेंट, इलेक्शन स्टाफ कोई भी होता है, वहाँ आके फिर गाड़ी से उतर के पैदल जाना है। हाँ वक्रा रास्ता दे देती है ताकि एक दूसरे में क्रिस क्रॉसिंग नहीं होता, सभी अपना अपना थाते पहुँच जाए। इसके लिए साइनेजेस की गए हैं, मतलब इस तरफ टेबल्स इस तरफ, नहीं तो अंदर मीटिंग काउंटिंग हॉल इस तरफ, बाथरूम्स इस तरफ, इस तरह की हर चीज़ साइनेजेस की गए हैं। ये एक अरेंजमेंट हो गया मैनेजमेंट के लिए। और तीसरा हो गया है मीडिया कर्मी वास्ते इंफॉर्मेशन। एक फैसिलिटेशन सेंटर्स बनाए गए हैं अपना इलेक्शन ये काउंटिंग सेंटर्स जिथे जिथे बने हुए 117 असेंबली कॉन्स्टिट्यूंसी है, हर एक असेंबली कॉन्स्टिट्यूंसी वास्ते एक काउंटिंग सेंटर है, उत्ते एक फैसिलिटेशन सेंटर है और नाल ही नाल लोकेशंस है 66 लोकेशंस ते काउंटिंग हो रहे, उत्ते फिर सिक्योरिटी इंतजाम हैं। ये सभी एक ओवरऑल इलेक्शन कमीशन ऑफ इंडिया की गाइडलाइंस और उनका स्टैंडर्ड ऑपरेटिंग प्रोसीजर, उनका प्रोटोकॉल इस दी मुताबिक की जाती है। सर ਜਦੋਂ ਤੁਸੀਂ ਇਹ ਸਮਝਾਤਾ ਬੜੇ ਤਰੀਕੇ ਦੇ ਨਾਲ ਕਿ ਇੱਕ 14 ਟੇਬਲ ਲੱਗੇ ਨੇ, ਪਹਿਲਾ ਰਾਊਂਡ ਹੋ ਗਿਆ, ਉਹ ਕੈਂਡੀਡੇਟਸ ਨੂੰ ਚੈੱਕ ਕਰਵਾਤਾ, ਸਾਰਿਆਂ ਦਾ ਮਤਲਬ ਕ੍ਰਾਸ ਵੈਰੀਫਾਈ ਕ੍ਰਾਸ ਚੈੱਕ ਹੋ ਗਿਆ। ਫਿਰ ਉਸ ਤੋਂ ਬਾਅਦ ਵੀ ਕੈਂਡੀਡੇਟ ਬਹੁਤ ਸਾਰੇ ਕਹਿ ਦਿੰਦੇ ਆ ਕਿ ਸਾਡੇ ਤਾਂ ਜੀ ਗਿਣਤੀ ਦੇ ਵਿੱਚ ਗੜਬੜ ਹੋ ਗਈ, ਸਾਡੀਆਂ ਤਾਂ ਵੋਟਾਂ ਵੱਧ ਨਿਕਲ ਸਕਦੀਆਂ ਸੀ, ਇਹ ਤਾਂ ਉੱਥੇ ਗੜਬੜ ਹੋ ਗਈ, ਦੁਬਾਰਾ ਰੀਚੈਕਿੰਗ ਕਰਵਾਓ। ਫਿਰ ਐਸੀ ਸਥਿਤੀ ਕਿਉਂ ਆਉਂਦੀ है? ऐसे स्थिति बहुत कट आई है, ऐसे कोई स्थिति बनी नहीं, पिछली बार भी ऐसे कोई रिकाउंटिंग का नहीं बने हैं। हाँ लेकिन हाँ क्वेरीज होने में कोई बुराई नहीं है, क्वेरी हो सकता है, लेकिन क्वेरी दी आंसर्स हैं अपना रिटर्निंग अफसर की हैंडबुक दे विच है। और इलेक्शन कमीशन ऑफ इंडिया ने साढ़े काउंटिंग स्टाफ ने 4 गेड़े दी ट्रेनिंग दे चुके हैं। आरओ साहिबान दी ट्रेनिंग हो गया, उनका जेडे भी टीम्स है 7900 से ज़्यादा काउंटिंग कर्मी इसमें लगे हुए हैं, सभी बड़े बड़े अफसर साहिबान हैं। और चूँकि किस समय ते रिकाउंटिंग दी कोई एप्लीकेशन आउंदी, वो भी स्थितियाँ सिनारी इसमें दसिया गया है। उसने अगर कोई एप्लीकेशन करता है, कोई गलबात करता है, उसके मुताबिक नियमों मुताबिक देखा जाएगा, अगर वो सही है नहीं देख के उसको निपटारा की जाती है। वोटिंग काउंटिंग है 8 बजे से शुरू है सवेरे, सब तो पहला काउंटिंग होगा पोस्टल बैलेट दी 8 बजे शुरू हो जाते हैं और 8:30 बजे के नेड़े तेड़े शुरू हो जाते हैं अपना ईवीएम वीवीपैट। ईवीएम इसलिए आधे घंटे लेट, उस समय वो ईवीएम स्ट्रांग रूम खोलना है, खोलते समय अपना कैंडिडेट्स होना ज़रूरी है और उनका नुमाइंदे, और सेंट्रल ऑब्जर्वर होना ज़रूरी है, और आरओ साहिबान होता है, डबल लॉकिंग सिस्टम है और सीसीटीवी कैमरा। उसके बाद ये ब्रेक करके फिर लेके जाएगा, लेके आके 14 टेबल्स के उत्ते पहले प्लेस किया जाएगा, उसके लिए थोड़ा टाइम लगता है, इस करके ये 8:30 बजे। हाँ ਸਰ ਕੁਝ ਥਾਵਾਂ ਤੇ ਇਸ ਤਰ੍ਹਾਂ ਵੀ ਹੋਇਆ ਸੀ ਕਿ ਇੱਕ ਜਿਹੜਾ ਸਟਰੋਂਗ ਰੂਮ ਸੀ ਉੱਥੇ ਹਮਲਾ ਵੀ ਹੋਇਆ ਸੀ, ਉੱਥੇ ਲੜਾਈ ਝਗੜਾ ਹੋ ਗਿਆ ਸੀ ਕਿ ਸਟਰੋਂਗ ਰੂਮ ਦੀ ਕਈ ਥਾਵਾਂ ਤੁਹਾਡੇ ਕੋਲ ਇਦਾਂ ਦੀ ਵੀ ਐਪਲੀਕੇਸ਼ਨ ਪਹੁੰਚੀ ਹੋਣੀ ਕਿ ਸਟਰੋਂਗ ਰੂਮ ਦੀ ਜਿਹੜੀ ਆ ਉਹ ਸਿਕਿਉਰਿਟੀ ਅੱਛੀ ਨਹੀਂ ਹੈ, ਇਹਨੂੰ ਵਧਾਈ ਜਾਣੀ ਚਾਹੀਦੀ ਹੈ, ਸਾਨੂੰ ਸ਼ੱਕ ਹੈ ਕਿ ਸਾਡਾ ਜਿਹੜਾ ਵਿਰੋਧੀ ਕੈਂਡੀਡੇਟ ਹੈ ਇਸ ਦੇ ਵਿੱਚ ਕੋਈ ਗੜਬੜ ਹੋ ਸਕਦਾ। ਕੀ ਪੰਜਾਬ ਦੇ ਵਿੱਚੋਂ ਅਜਿਹੀਆਂ ਐਪਲੀਕੇਸ਼ਨਸ ਹੋਰ ਵੀ ਆਈਆਂ ਸੀ, ਜਾਂ ਜੇ ਆਈਆਂ ਤਾਂ ਉਹਨਾਂ ਦਾ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਸ ਕੈਂਡੀਡੇਟ ਨੂੰ ਸੈਟੀਸਫਾਈ ਕੀਤਾ ਜਾਂ ਕਰੋਗੇ? क्योंकि देख प्रश्न दे विच 2-3 चीज़ें साफ़ करने वाली चीज़ है, स्पष्ट करना है। यहो जा कोई जगह नहीं है जितने स्ट्रांग रूम के उत्ते हमला हुए हैं, ऐसा कभी नहीं हुआ है, ना होने की संभावना है। ये साडे स्टेट दे विच इस खबर में सुना भी नहीं है इस तरीका। फाजिलका दे विच शायद होया सी नहीं, उत्थे सुरक्षा कर्मी दी डेथ हुई है, सुरक्षा कर्मी एक्सीडेंटली उनका फायर आर्म चल गई है, वो तीसरा गेड़ा दे है, फस्ट सैकेंड थर्ड गेड़ दे विच उन्हां दा रूम दे विच है
ਹਾਂ ਡਿਊਟੀ ਦਾ ਆਪਣਾ ਕਮਰੇ ਦੇ ਵਿੱਚ ਹੈ। ਸੋ ਇਸ ਤਰ੍ਹਾਂ ਅਫਵਾਹ ਹੁੰਦੀ ਹੈ। ਮੈਂ ਬੇਨਤੀ ਕਰਦਾ ਸਾਡੇ ਵੈਬ ਚੈਨਲਸ ਨੂੰ ਖਾਸ ਕਰਕੇ ਇਸ ਤਰ੍ਹਾਂ ਅਫਵਾਹ ਨੂੰ ਤੁਸੀਂ बढ़ावा नहीं देना चाहिए और फैक्चुअल इन्फॉर्मेशन देवे, ठीक है। वो एक चीज़ ये हो गया। और दूसरा है जेडे भी सुरक्षा है 45 कंपनीज सेंट्रल आर्मड पैरामिलिटरी फोर्सेस सिलेक्शन कमीशन ऑफ इंडिया वालों सानू दिती गए है, उन्होंने तैनाती कर दिते गए हैं। और 144 सैक्शन जिथे जिथे काउंटिंग है उत्ते लगे हुए हैं। पॉलिटिकल पार्टीज ਅਤੇ कैंडिडेट्स ਉਹਨਾਂ ਦਾ एजेंट्स सारिया नियम कानून बता दिया गया है और शिनाख्ती कार्ड्स दे दिया गया। मीडिया कर्मियों ਨੂੰ भी शिनाख्ती कार्ड्स ਦਿੱਤੀ गए हैं। इलेक्शन कमीशन ऑफ इंडिया ਵੱਲੋਂ ਜਿਨ੍ਹਾਂ ਨੂੰ भी ये शिनाख्ती कार्ड ਦਿੱਤੀ गए ਉਹਨਾਂ ਨੂੰ ਅਸੀਂ डिस्ट्रीब्यूट भी कर लिया गया है। जिसको नहीं मिला बट मीडिया फैसिलिटेशन सेंटर पे वो लोग जा सकते हैं, उत्ते पूरा इन्फॉर्मेशन तुसी ले सकते हो। ਸਰ ਆਖਰੀ ਸਵਾਲ ਹੈ ਕਿ ਐਗਜ਼ਿਟ ਪੋਲ ਆਏ ਸੀ ਔਰ ਐਗਜ਼ਿਟ ਪੋਲ ਨੇ ਲਗਭਗ ਇੱਕ ਪਾਰਟੀ ਦੀ ਸਰਕਾਰ ਤਾਂ ਬਣਾ ਹੀ ਦਿੱਤੀ ਹੈ, 7-8 ਏਜੰਸੀਜ਼ ਦੇ ਆਏ ਸੀਗੇ ਔਰ ਉਸ ਪਾਰਟੀ ਦੇ ਬਹੁਤ ਸਾਰੇ ਵਰਕਰਾਂ ਨੇ ਲੱਡੂਆਂ ਦੇ ਜਿਹੜੇ ਆਰਡਰ ਵੀ ਦਿੱਤੇ ਨੇ। ਇਲੈਕਸ਼ਨ ਕਮਿਸ਼ਨ ਇਸ ਐਗਜ਼ਿਟ ਪੋਲ ਨੂੰ ਕਿਵੇਂ ਦੇਖਦਾ ਹੈ? ਕੋਈ ਲੋਕ ਭਰੋਸਾ ਕਰਨ ਜਾਂ ਨਾ ਕਰਨ, ਉਹ ਏਜੰਸੀਜ਼ ਜਿਹੜੇ ਐਗਜ਼ਿਟ ਪੋਲ ਲੈ ਕੇ ਆਉਂਦੀਆਂ ਨੇ ਕੀ ਉਹ ਠੀਕ ਵੀ ਹੁੰਦੀਆਂ ਨੇ? ਇਲੈਕਸ਼ਨ ਕਮਿਸ਼ਨ ਇਸ 'ਤੇ ਕਿਸ ਤਰ੍ਹਾਂ ਦੀ ਨਜ਼ਰ ਰੱਖਦਾ ਹੈ ਜਾਂ ਇਲੈਕਸ਼ਨ ਕਮਿਸ਼ਨ ਦੇ ਆਪਣੀ ਇਹਨਾਂ ਬੁੱਕਸ ਦੇ ਵਿੱਚ ਉਹ ਕੀ ਨਜ਼ਰੀਆ ਉਹਨਾਂ ਦਾ? एग्जिट पोल्स ਦੀ ਸੰਬੰਧੀ ਵਿਸ਼ਾ ਸਾਡੇ ਹਿੱਸੇ ਦੀ ਨਹੀਂ ਹੈ। ਥੈਂਕ ਯੂ। ਤਾਂ ਇਹ ਸਨ ਡਾਕਟਰ ਐਸ ਕਰੁਣਾ ਰਾਜੂ, ਕਿਉਂਕਿ ਕੱਲ੍ਹ 10 ਮਾਰਚ ਹੈ ਔਰ ਤੁਹਾਡੀਆਂ ਪਾਈਆਂ ਹੋਈਆਂ ਵੋਟਾਂ ਦੀ ਗਿਣਤੀ ਹੋਣੀ ਹੈ ਔਰ ਉਸ ਗਿਣਤੀ ਦੇ ਆਧਾਰ 'ਤੇ ਪੰਜਾਬ ਦੇ ਵਿੱਚ ਸਰਕਾਰ ਬਣਨੀ ਹੈ ਔਰ ਸਰਕਾਰ ਕਿਹਦੀ ਬਣਨੀ ਹੈ ਇਹ ਹਾਲੇ ਭਵਿੱਖ ਦੇ ਗਰਭ ਦੇ ਵਿੱਚ ਆ, ਪਰ ਜੋ ਤਿਆਰੀਆਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤੀਆਂ ਗਈਆਂ ਨੇ ਉਹ ਤੁਹਾਨੂੰ ਦੱਸ ਦਿੱਤੀਆਂ ਗਈਆਂ ਨੇ ਔਰ ਸਿੱਧੇ ਤੌਰ 'ਤੇ ਕਿਸ ਤਰ੍ਹਾਂ ਦੇ ਨਾਲ ਗਿਣਤੀ ਹੁੰਦੀ ਹੈ ਵੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਆਪਣੀ ਜਿੱਤ ਦਾ ਜਸ਼ਨ ਢੰਗ ਦੇ ਨਾਲ ਹੀ ਮਨਾਓਗੇ। ਆਪਣੇ ਸਹਿਯੋਗੀ ਸੁਖੀ ਰੰਧਾਵਾ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।